ਅਸੀਂ ਅੱਜ ਕਰਨ ਜਾ ਰਹੇ ਹਾਂ ਐਡਵੋਕੇਟ ਜਨਰਲ ਯਾਨੀ ਪੰਜਾਬ ਸਰਕਾਰ ਦੇ ਸਭ ਤੋਂ ਵੱਡੇ ਵਕੀਲ ਤੋਂ। ਸਭ ਤੋਂ ਵੱਡੇ ਵਕੀਲ ਨੇ ਅਸਤੀਫਾ ਦਿੱਤਾ ਤਾਂ ਉਹਨਾਂ ਦੀ ਥਾਂ ਤੇ ਇੱਕ ਨਵਾਂ ਸਭ ਤੋਂ ਵੱਡਾ ਵਕੀਲ ਯਾਨੀ ਕਿ ਐਡਵੋਕੇਟ ਜਨਰਲ ਲਗਾ ਦਿੱਤੇ ਗਏ ਤੇ ਨਵੇਂ ਏਜੀ ਦੀ ਨਿਯੁਕਤੀ ਦੇ ਉੱਤੇ ਵਿਵਾਦ ਖੜਾ ਹੋ ਗਿਆ। ਤਸਵੀਰ ਤੁਸੀਂ ਦੇਖ ਰਹੇ ਹੋ ਵਿਨੋਦ ਕਈ ਦੀ, ਇਹਨਾਂ ਦੀ ਨਿਯੁਕਤੀ ਦੇ ਉੱਤੇ ਵੀ ਸਵਾਲ ਖੜਾ ਹੋਇਆ ਹੈ। ਵਿਨੋਦ ਕਈ ਦੀ ਨਿਯੁਕਤੀ ਦੇ ਉੱਤੇ ਸਿੱਖ ਜਥੇਬੰਦੀਆਂ ਨੇ ਕਰੜਾ ਇਤਰਾਜ਼ ਜਤਾਇਆ। ਡੇਰਾ ਮੁਖੀ ਦਾ ਕੇਸ ਲੜਦੇ ਰਹੇ ਨੇ ਨਵੇਂ ਬਣੇ ਏਜੀ ਇਹ ਸੁਖਰਾਜ ਸਿੰਘ ਦੇ ਵੱਲੋਂ ਕਿਹਾ ਗਿਆ। ਸੁਖਰਾਜ ਸਿੰਘ ਕ੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਨੇ ਜੋ ਬਾਈਬਲ ਕਲਾਂ ਦੇ ਵਿੱਚ ਇਨਸਾਫ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ। ਬੇਅਦਬੀ ਕੇਸ ਦੇ ਵਿੱਚ ਡੇਰਾ ਪ੍ਰੇਮੀਆਂ ਦੇ ਵਕੀਲ ਰਹੇ ਨੇ ਵਿਨੋਦ ਕਈ। ਤਾਂ ਇਹ ਕਹਿਣਾ ਹੈ ਦਾਦੂਵਾਲ ਦਾ, ਇਹ HSGPC ਦੇ ਪ੍ਰਧਾਨ ਨੇ। ਤਾਂ ਅਨਮੋਲ ਰਤਨ ਸਿੱਧੂ ਦੀ ਥਾਂ ਵਿਨੋਦ ਕਈ ਨੂੰ ਨਵਾਂ ਏਜੀ ਲਗਾਇਆ ਗਿਆ। ਕਾਬਿਲ ਗੌਰ ਇੱਥੇ ਵੀ ਹੈ ਕਿ ਅਜੇ ਤੱਕ ਨਵੇਂ ਏਜੀ ਦੇ ਨਾਮ ਦੀ ਨਿਯੁਕਤੀ ਵਾਲਾ ਕੋਈ ਆਰਡਰ ਨੋਟੀਫਿਕੇਸ਼ਨ ਹੁਣ ਤੱਕ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ ਮੁੱਖ ਮੰਤਰੀ ਦਾ ਇੱਕ ਬਿਆਨ ਜ਼ਰੂਰ ਸਾਹਮਣੇ ਆ ਗਿਆ ਕਿ ਨਵਾਂ ਏਜੀ ਅਸੀਂ ਲਗਾ ਰਹੇ ਹਾਂ ਔਰ ਇਸ ਦੇ ਨਾਲ ਨਵੇਂ ਏਜੀ ਵਿਨੋਦ ਕਈ ਦੇ ਜਿਹੜੇ ਬਿਆਨ ਵੀ ਉਹ ਸਾਹਮਣੇ ਆ ਚੁੱਕੇ ਨੇ। ਪਰ ਨਵੇਂ ਏਜੀ ਦੀ ਨਿਯੁਕਤੀ ਦੇ ਉੱਤੇ ਵਿਵਾਦ ਖੜਾ ਹੋ ਗਿਆ ਤੇ ਇਸ ਸਭ ਦੇ ਵਿਚਾਲੇ ਸਿੱਖ ਜਥੇਬੰਦੀਆਂ ਇਤਰਾਜ਼ ਚੁੱਕ ਰਹੀਆਂ ਨੇ ਕਿ ਨਵੇਂ ਏਜੀ ਜਿਸ ਨੂੰ ਲਗਾਇਆ ਗਿਆ ਉਹ ਤਾਂ ਬੇਅਦਬੀ ਕੇਸਿਸ ਦੇ ਵਿੱਚ ਡੇਰੇ ਦੀ ਪੈਰਵੀ ਕਰਦੇ ਰਹੇ ਨੇ। ਖੈਰ ਬੇਅਦਬੀ ਦੇ ਮੁੱਦੇ ਦੇ ਉੱਤੇ ਸਿਆਸਤ ਖੂਬ ਹੋਈ ਹੈ ਤੇ ਬੇਅਦਬੀ ਦੇ ਮੁੱਦੇ ਦੇ ਉੱਤੇ ਇਨਸਾਫ ਦੀ ਮੰਗ ਲਗਾਤਾਰ ਸਿੱਖ ਜਥੇਬੰਦੀਆਂ ਦੇ ਵੱਲੋਂ, ਸਿੱਖ ਸੰਗਤ ਦੇ ਵੱਲੋਂ ਕੀਤੀ ਜਾ ਰਹੀ ਹੈ। ਤੇ ਇਸ ਵਿਚਾਲੇ ਸਵਾਲ ਉੱਠਦਾ ਹੈ ਕਿ ਬੇਅਦਬੀ ਦੇ ਮੁੱਦੇ ਉੱਤੇ ਜਿਸ ਤਰੀਕੇ ਨਾਲ ਇਤਰਾਜ਼ ਜਤਾਇਆ ਜਾ ਰਿਹਾ ਹੈ ਤਾਂ ਇਸ ਤੋਂ ਬਾਅਦ ਅਗਲਾ ਸਟੈਪ ਸਰਕਾਰ ਦਾ ਕੀ ਹੋਏਗਾ, ਕਿਉਂਕਿ ਦਾਦੂਵਾਲ ਹੋਣ ਜਾਂ ਫਿਰ ਸੁਖਰਾਜ ਸਿੰਘ ਹੋਣ। ਇਨਫੈਕਟ ਸੁਖਰਾਜ ਸਿੰਘ ਦਾ ਮੈਂ ਜ਼ਿਕਰ ਕਰਾਂ ਤਾਂ 23 ਤਰੀਕ ਨੂੰ ਹੀ ਸਰਕਾਰ ਦੇ ਨੁਮਾਇੰਦੇ ਸੁਖਰਾਜ ਸਿੰਘ ਤੇ ਉੱਥੇ ਜਿਹੜੀਆਂ ਹੋਰ ਜਥੇਬੰਦੀਆਂ ਦੇ ਨੁਮਾਇੰਦੇ ਬੈਠੇ ਨੇ ਸਿੱਖ ਜਥੇਬੰਦੀਆਂ ਦੇ, ਉਹਨਾਂ ਦੇ ਨਾਲ ਮੁਲਾਕਾਤ ਕਰਕੇ ਆਏ ਨੇ ਸਰਕਾਰ ਦੇ ਨੁਮਾਇੰਦੇ ਕੈਬਨਿਟ ਮੰਤਰੀ ਹਰਜੋਤ ਬੈਂਸ। ਤਾਂ ਬੇਅਦਬੀ ਕੇਸ ਦੇ ਵਿੱਚ ਇਨਸਾਫ ਜਲਦ ਤੋਂ ਜਲਦ ਮਿਲੇ ਇਹ ਸਿੱਖ ਸੰਗਤ ਉਮੀਦ ਕਰ ਰਹੀ ਹੈ। ਤੇ ਇਸ ਵਿਚਾਲੇ ਸੂਬੇ ਦਾ ਏਜੀ ਬਦਲ ਜਾਂਦਾ, ਐਡਵੋਕੇਟ ਜਨਰਲ ਬਦਲ ਜਾਂਦੇ ਨੇ ਤੇ ਨਵੇਂ ਏਜੀ ਦੀ ਨਿਯੁਕਤੀ ਨੂੰ ਲੈ ਕੇ ਜਥੇਬੰਦੀਆਂ ਦੇ ਵੱਲੋਂ ਇਤਰਾਜ਼ ਚੁੱਕੇ ਜਾ ਰਹੇ ਨੇ। ਸੁਣਵਾਉਂਦੇ ਹਾਂ ਤੁਹਾਨੂੰ ਕੀ ਕੁਝ ਕਹਿ ਰਹੇ ਨੇ ਬਲਜੀਤ ਸਿੰਘ ਦਾਦੂਵਾਲ ਤੇ ਦੂਜੇ ਪਾਸੇ ਸੁਖਰਾਜ ਸਿੰਘ। ਕਈ ਡੇਰਾ ਸਿਰਸਾ ਮੁਖੀ ਤੇ ਉਹਦੇ ਪੈਰੋਕਾਰਾਂ ਦਾ ਹਾਈ ਕੋਰਟ ਦੇ ਵਿੱਚ ਵਕੀਲ ਹੈ। ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀ, ਬਾਈਬਲ ਕਾਂਡ ਦੇ ਦੋਸ਼ੀ, ਕੋਟਕਪੂਰੇ ਦੇ ਦੋਸ਼ੀ, ਜਿਨ੍ਹਾਂ ਦੇ ਕੇਸ ਫੈਸਲੇ ਅਧੀਨ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਅੰਦਰ, ਉਹਨਾਂ ਦਾ ਵਕੀਲ ਕੌਣ ਹੈ? ਵਿਨੋਦ ਕਈ। ਅੱਜ ਪੰਜਾਬ ਸਰਕਾਰ ਵੱਲੋਂ ਸਿੱਧੇ ਤੌਰ ਤੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਐਡਵੋਕੇਟ ਜਨਰਲ ਲਾ ਦਿੱਤਾ। ਆਹੀ ਕਸਰ ਬਾਕੀ ਰਹਿ ਗਈ ਸੀ। ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਤੇ ਸੁਪਰ CM ਕੇਜਰੀਵਾਲ ਸਾਹਿਬ, ਤੁਸੀਂ ਕਹਿੰਦੇ ਸੀ 24 ਘੰਟਿਆਂ 'ਚ ਇਨਸਾਫ ਦੇਵਾਂਗੇ ਬਰਗਾੜੀ ਬੇਅਦਬੀ ਕਾਂਡ ਦਾ। ਅਜੇ ਤੱਕ ਗੋਂਗਲੂਆਂ ਤੋਂ ਮਿੱਟੀ ਝਾੜ ਰਹੇ ਹੋ। ਇਨਸਾਫ ਤਾਂ ਕੀ ਦੇਣਾ ਸੀ ਜਿਹੜੇ ਉਸ ਤੁਹਾਡਾ ਇੱਕ ਏਜੀ ਅਸਤੀਫਾ ਦੇ ਕੇ ਜਾ ਰਿਹਾ ਕਿਉਂਕਿ ਉਹਦੇ ਹੱਥ ਪੱਲੇ ਕੁਝ ਨਹੀਂ ਆ ਰਿਹਾ। ਅਸਤੀਫਾ ਇਸ ਕਰਕੇ ਦੇ ਰਿਹਾ ਪੰਜਾਬ ਦੇ ਲੋਕਾਂ ਦੇ ਸਵਾਲਾਂ ਦੇ ਜਵਾਬ ਨਹੀਂ ਉਹਦੇ ਕੋਲੇ, ਤੇ ਉਦੋਂ ਹਾਸੋਹੀਣੀ ਤੇ ਪੰਜਾਬ ਦੇ ਲੋਕਾਂ ਦੇ ਨਾਲ ਮਜ਼ਾਕ ਕੀਤਾ ਸਰਕਾਰ ਨੇ। ਜਿੱਥੋਂ ਅਸੀਂ ਇਨਸਾਫ ਦੀ ਆਸ ਲਾਈ ਬੈਠੇ ਹੋ, ਮੈਂ ਪੰਜਾਬ ਦੇ ਉਹਨਾਂ ਲੋਕਾਂ ਨੂੰ ਕਹਿਣਾ ਜਿਹੜੇ ਪੰਜਾਬ ਦੇ ਵਿੱਚ ਇੱਕ ਦੂਜੇ ਨਾਲ ਬਹਿਸ ਕਰਦੇ ਆ ਕਿ ਸਰਕਾਰ ਚੰਗਾ ਕੰਮ ਕਰ ਰਹੀ ਆ, ਅਸਵਾ ਚੰਗਾ ਕੰਮ ਕਰ ਰਹੀ ਆ। ਤੁਹਾਡੀ ਸਰਕਾਰ ਸਿੱਧਾ ਸਾਫ਼ ਦੱਸ ਰਹੀ ਹੈ ਕਿ ਬੇਅਦਬੀ ਦੇ ਉੱਤੇ ਤੁਸੀਂ ਕੁਝ ਨਹੀਂ ਕਰ ਸਕਦੇ। ਅਸੀਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦੇ ਸਕਦੇ ਕਿਉਂਕਿ ਜਿਹੜਾ ਅੱਜ ਏਜੀ ਬਣਾਇਆ ਗਿਆ ਕੌਣ ਆ, ਭਾਵੇਂ ਉਹ ਸਰਕਾਰ ਦਾ ਉਹ ਸ਼ਖਸ ਜਿਹੜਾ ਸਰਸੇ ਵਾਲੇ ਨੂੰ ਪਰੋਲਾਂ ਦਵਾ ਰਿਹਾ, ਜਿਹੜਾ ਸਰਸੇ ਵਾਲੇ ਨੂੰ ਬੇਅਦਬੀ ਦੇ ਕੇਸਾਂ ਚੋਂ ਕੱਢਣ ਦੇ ਲਈ ਤਤਪਰ ਹੈ, ਜਿਹੜਾ ਉਸ ਬਲਾਤਕਾਰੀ ਦੀ ਪੁਸ਼ਤ ਪਨਾਹੀ ਕਰ ਰਿਹਾ। ਅੱਜ ਉਹਨਾਂ ਚੀਜ਼ਾਂ ਤੇ ਸਰਕਾਰ ਉਹਨਾਂ ਚੀਜ਼ਾਂ ਤੇ ਧਿਆਨ ਰੱਖ ਰਹੀ ਹੈ ਕਿ ਤੇ ਸਰਸੇ ਵਾਲੇ ਨੂੰ ਕੁਝ ਨਾ ਹੋ ਜਾਵੇ। ਤੇ ਅਸੀਂ ਗੱਲ ਕਰਦੇ ਹਾਂ ਕਿ ਗੋਲੀ ਤਾਂ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਜੋ ਨਵੇਂ ਏਜੀ ਦੀ ਨਿਯੁਕਤੀ ਦੇ ਉੱਤੇ ਉਹ ਸਵਾਲ ਚੁੱਕ ਰਹੇ ਨੇ। ਕਾਬਿਲੇ ਗੌਰ ਮੈਂ ਦੁਬਾਰਾ ਕਹਿ ਰਿਹਾ ਕਿ ਅਜੇ ਤੱਕ ਅਧਿਕਾਰਿਕ ਤੌਰ ਦੇ ਉੱਤੇ ਜਿਹੜੇ ਆਰਡਰਸ ਹੁੰਦੇ ਨੇ ਜਾਂ ਨੋਟੀਫਿਕੇਸ਼ਨ ਹੁੰਦੀ ਹੈ ਹੁਣ ਤੱਕ ਨਹੀਂ ਆਈ ਹੈ। ਸਿੱਧਾ ਰੁਕ ਕਰਦੇ ਹਾਂ ਇਸ ਸਮੇਂ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਜੁੜ ਰਹੇ ਨੇ ਫੈਰੀ ਸੋਫਤ ਜੀ, ਸੀਨੀਅਰ ਵਕੀਲ ਨੇ, ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਨੇ। ਫੈਰੀ ਜੀ, ਸਿੱਖ ਜਥੇਬੰਦੀਆਂ ਦੇ ਵੱਲੋਂ ਕਰੜਾ ਇਤਰਾਜ਼ ਜਤਾਇਆ ਜਾ ਰਿਹਾ ਹੈ ਨਵੇਂ ਏਜੀ ਦੀ ਨਿਯੁਕਤੀ ਤੇ। ਗੁਰੂ ਜੀ मैं तो ना हैरान हूँ कि ये तराज किस पर्पज करके जताया जा रहा है। एक लीडिंग लॉयर ने हाई कोर्ट दे, कोई पोलिटिकल पर्सन नहीं है, कोई उन्होंने बैकग्राउंड देखो, कोई पोलिटिकल बैकग्राउंड नहीं उन्होंने। सीनियर लॉयर ने
ਰਿਨਾਊਂਡ ਲਾਇਰ ਨੇ ਹਾਈ ਕੋਰਟ ਦੇ, ਤੇ ਜਿੰਨਾ ਮਤਲਬ ਉਹਨਾਂ ਨੂੰ ਅਸੀਂ ਦੇਖਦੇ ਆ ਰਹੇ ਹਾਂ ਕਿ 10 ਸਾਲ ਤੋਂ ਉੱਤੇ ਮੈਨੂੰ ਹੋ ਗਏ ਹਾਈ ਕੋਰਟ ਦੇ ਵਿੱਚ, ਤੇ ਜਿੰਨਾ ਅਸੀਂ ਦੇਖਦੇ ਆ ਰਹੇ ਹਾਂ ਹਰ ਰੋਜ਼ ਉਹਨਾਂ ਤੋਂ ਸਿੱਖਣ ਨੂੰ ਮਿਲਦਾ। ਕੋਰਟ ਦੇ ਵਿੱਚ ਬੈਠੇ ਵੀ ਹੁੰਦੇ ਆ, ਉਹ ਆਰਗੂ ਕਰ ਰਹੇ ਹੁੰਦੇ, ਤਾਂ ਸਾਨੂੰ ਅਸੀਂ ਸਿੱਖਣ ਨੂੰ ਮਿਲਦਾ ਉਹਨਾਂ ਤੋਂ ਕੁਛ ਨਾ ਕੁਛ। ਤੇ ਜੇ ਕੋਈ ਕੇਸਿਸ ਕਰ ਰਹੇ ਨੇ ਤਾਂ ਬੀਇੰਗ ਐਡਵੋਕੇਟ ਸਾਡੀ ਆਪਣੀ ਡਿਊਟੀ ਬਣਦੀ ਹੈ। ਤੇ ਜਿਵੇਂ ਇੱਕ ਡਾਕਟਰ ਦਾ ਪ੍ਰੋਫੈਸ਼ਨ ਹੈ ਕਿ ਜੇ ਉਹਨਾਂ ਕੋਲ ਕੋਈ ਇਲਾਜ ਲਈ ਚਲਾ ਜਾਵੇ ਤਾਂ ਡਾਕਟਰ ਨੂੰ ਕਹਿੰਦਾ ਕਿਹੜੇ ਪਾਰਟੀ ਦੇ ਜੀ ਸਾਨੂੰ ਜਿਹੜਾ ਫੈਲ ਸਾਡਾ ਉਹ ਫੈਰੀ ਜੀ ਆਵਾਜ਼ ਤੁਹਾਡੀ ਥੋੜੀ ਕੱਟ ਕੇ ਆ ਰਹੀ ਹੈ, ਨੈਟਵਰਕ ਇਸ਼ੂ ਲੱਗ ਰਿਹਾ ਹੁਣ ਠੀਕ ਹੈ। ਮੈਂ ਇੱਕ ਹੋਰ ਚੀਜ਼ ਤੁਹਾਡੇ ਤੋਂ ਜਾਣਨੀ ਚਾਹੁੰਦਾ ਕਿ ਜੇਕਰ ਸਿੱਖ ਜਥੇਬੰਦੀਆਂ ਇਤਰਾਜ਼ ਚੁੱਕ ਰਹੀਆਂ ਨੇ ਤਾਂ ਸਵਾਲ ਇਹ ਵੀ ਉੱਠਦਾ ਹੈ ਕਿ ਬੇਅਦਬੀ ਕੇਸ ਦੇ ਵਿੱਚ ਇਹ ਕਿਵੇਂ ਫਿਰ ਹੈਂਡਲ ਕਰਨਗੇ। ਇੱਕ ਪਾਸੇ ਉਹ ਪੈਰਵੀ ਕਰ ਰਹੇ ਨੇ, ਦੂਜੇ ਪਾਸੇ ਹੁਣ ਇਨਸਾਫ ਦੇ ਲਈ ਜੋ ਸਿੱਖ ਸੰਗਤ ਇੰਤਜ਼ਾਰ ਕਰ ਰਹੀ ਹੈ ਉਹਨਾਂ ਦੇ ਉੱਤੇ ਨਜ਼ਰਾਂ ਹੋਣਗੀਆਂ, ਤਾਂ ਤੁਹਾਨੂੰ ਨਹੀਂ ਲੱਗਦਾ ਕਿ ਉਹ ਆਪਸ ਦੇ ਵਿੱਚ ਉਹਨਾਂ ਦਾ ਜਿਹੜਾ ਇੰਟਰਸਟ ਹੈ ਉਹ ਕਲੈਸ਼ ਹੋਏਗਾ? ਗੌਰਵ ਜੀ, ਬੇਅਦਬੀ ਦਾ ਜਿਹੜਾ ਬੇਅਦਬੀ ਵਾਲਾ ਇਸ਼ੂ ਹੈ ਉਹਦੇ ਸਭ ਤੋਂ ਮੋਸਟ ਇੰਪੋਰਟੈਂਟ ਇਸ਼ੂ ਹੈ ਪੰਜਾਬ ਦਾ ਵੀ ਤੇ ਆਮ ਆਦਮੀ ਪਾਰਟੀ ਲਈ ਸਭ ਤੋਂ ਇੰਪੋਰਟੈਂਟ ਇਸ਼ੂ ਹੈ। ਤੇ ਉਹਦੇ ਲਈ ਡੇਲੀ ਬੇਸਿਸ ਦੇ ਉੱਤੇ ਹਰ ਮਤਲਬ ਜਿੰਨੀ ਫਾਸਟ ਟਰੈਕ ਦੇ ਉੱਤੇ ਇਹ ਕੇਸ ਪਾਰਟੀ ਪੂਰੀ। ਚਲੋ ਮੈਂ ਕੋਸ਼ਿਸ਼ ਕਰਦਾ ਦੁਬਾਰਾ ਕਹਿਣਾ ਕਿਉਂਕਿ ਤੁਹਾਡੀ ਆਵਾਜ਼ ਨਹੀਂ ਆ ਰਹੀ ਸਾਡੇ ਤੱਕ। ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਦੁਬਾਰਾ ਇੱਕ ਵਾਰ ਜੇਕਰ ਅਸੀਂ ਫੋਨ ਲਾਈਨ ਦੇ ਉੱਤੇ ਜੁੜ ਸਕੀਏ ਫੈਰੀ ਸੋਫਤ ਜੀ ਨੂੰ। ਫੈਰੀ ਜੀ ਦੁਬਾਰਾ ਟੀਮ ਸਾਡੀ ਤੁਹਾਡੇ ਨਾਲ ਗੱਲਬਾਤ ਕਰਦੀ ਹੈ, ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ। ਖੈਰ ਨਵੇਂ ਏਜੀ ਵਿਨੋਦ ਘਈ ਦੇ ਨਿਯੁਕਤੀ ਦੇ ਉੱਤੇ ਸਵਾਲ ਚੁੱਕੇ ਗਏ ਨੇ ਤੇ ਸਭ ਦੇ ਵਿਚਾਲੇ ਕਿਉਂਕਿ ਬਲਜੀਤ ਸਿੰਘ ਦਾਦੂਵਾਲ ਅਸੀਂ ਤੁਹਾਨੂੰ ਸੁਣਵਾਇਆ ਕੀ ਕੁਝ ਕਹਿ ਰਹੇ ਨੇ ਜਿਹੜੇ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਤੇ ਉਸ ਤੋਂ ਬਾਅਦ ਸੁਖਰਾਜ ਸਿੰਘ ਕੀ ਕੁਝ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਵਾਇਆ, ਤੇ ਇਸ ਵਿਚਾਲੇ ਡੀਐਸਜੀਐਮਸੀ ਦੇ ਪ੍ਰਧਾਨ ਦੇ ਵੱਲੋਂ ਵੀ ਸਵਾਲ ਚੁੱਕੇ ਗਏ ਨੇ, ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ, ਉਹ ਕੀ ਕੁਝ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਵਾਉਂਦੇ ਹਾਂ। ਮੈਂ ਸਮਝਦਾ ਕਿ ਇਸ ਤੋਂ ਵੱਡਾ ਧੋਖਾ ਪੰਜਾਬ ਦੀ ਜਨਤਾ ਦੇ ਨਾਲ ਔਰ ਖਾਸ ਤੌਰ ਤੇ ਸਿੱਖ ਕਮਿਊਨਿਟੀ ਦੇ ਨਾਲ ਇਹ ਸਰਕਾਰ ਨਹੀਂ ਕਰ ਸਕਦੀ ਜਿਹੜੀ ਭਗਵੰਤ ਮਾਨ ਨੇ ਜਾਂ ਉਹਨਾਂ ਦੇ ਸੁਪਰ ਸੀਐਮ ਅਰਵਿੰਦ ਕੇਜਰੀਵਾਲ ਨੇ ਅੱਜ ਕੀਤਾ। ਵਿਨੋਦ ਘਈ ਜਿਹੜਾ ਉਹ ਸ਼ਖਸ, ਉਹ ਵਕੀਲ ਜਿਹੜਾ ਡੇਰਾ ਮੁਖੀ ਰਾਮ ਰਹੀਮ ਦਾ ਜਿਹੜਾ ਮੇਨ ਵਕੀਲ ਹੈ ਔਰ ਬਰਗਾੜੀ ਦੇ ਮਾਮਲੇ ਦੇ ਵਿੱਚ ਜਿਹੜਾ ਮੇਨ ਵਕਾਲਤਾਂ ਕਰਦਾ ਰਿਹਾ ਇਹਨਾਂ ਦੇ ਦੋਸ਼ੀਆਂ ਨੂੰ ਬਚਾਉਣ ਵਾਸਤੇ। ਤਾਂ ਸਵਾਲ ਚੁੱਕੇ ਜਾ ਰਹੇ ਨੇ ਸਿੱਖ ਜਥੇਬੰਦੀਆਂ ਦੇ ਵੱਲੋਂ। ਇੱਕ ਵਾਰ ਫਿਰ ਤੋਂ ਫੈਰੀ ਸੋਫਤ ਜੀ ਸਾਡੇ ਨਾਲ ਜੁੜ ਚੁੱਕੇ ਨੇ, ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਨੇ, ਸੀਨੀਅਰ ਵਕੀਲ ਨੇ। ਫੈਰੀ ਸੋਫਤ ਜੀ ਬਤੌਰ ਵਕੀਲ ਮੈਂ ਇਹ ਸਵਾਲ ਤੁਹਾਨੂੰ ਪੁੱਛ ਰਿਹਾ ਸੀ, ਉਸ ਦਾ ਜਵਾਬ ਸਾਡੇ ਤੱਕ ਨਹੀਂ ਪਹੁੰਚ ਸਕਿਆ ਦਰਸ਼ਕਾਂ ਤੱਕ, ਕਿ ਜਦੋਂ ਇੱਕ ਕੇਸ ਦੀ ਪੈਰਵੀ ਕਿਸੇ ਦੇ ਲਈ ਤੁਸੀਂ ਕਰ ਰਹੇ ਹੋ ਤੇ ਹੁਣ ਦੂਜੀ ਧਿਰ ਦੇ ਵਿੱਚ ਜਾ ਕੇ ਖੜੇ ਹੋਣ ਜਾਣ ਦੇ ਨਾਲ ਕਿ ਤੁਹਾਨੂੰ ਨਹੀਂ ਲੱਗਦਾ ਕਿ ਇੰਟਰਸਟ ਕਲੈਸ਼ ਕਰਨਗੇ ਆਪਸ ਦੇ ਵਿੱਚ? ਉਹ ਕਿਵੇਂ ਪੈਰਵੀ ਕਰਨਗੇ ਪੰਜਾਬ ਸਰਕਾਰ ਵਾਲੇ ਪਾਸੇ ਤੋਂ ਜੇਕਰ ਉਹ ਆਲਰੇਡੀ ਦੂਜੇ ਕੇਸ ਦੂਜੇ ਵਾਲੇ ਪਾਸੇ ਤੋਂ ਯਾਨੀ ਕਿ ਦੂਜੀ ਧਿਰ ਦੇ ਵੱਲੋਂ ਪੈਰਵੀ ਉਸ ਕੇਸ ਦੀ ਕਰ ਰਹੇ ਸੀ? ਇੱਕ ਨਾ ਮੈਂ ਗੌਰਵ ਜੀ, ਮੇਰੀ ਆਵਾਜ਼ ਹੁਣ ਕਲੀਅਰ ਹੈ? ਜੀ ਬਿਲਕੁਲ ਤੁਹਾਡੀ ਆਵਾਜ਼ ਕਲੀਅਰ ਆ ਰਹੀ ਹੈ। ਹਾਂਜੀ, मैंने कहा एक ਜਿਹੜੇ ਵਿਨੋਦ ਕਈ ਸੀਨੀਅਰ ਐਡਵੋਕੇਟ ਜਿਨ੍ਹਾਂ ਨੂੰ ਹੁਣ ਅਪਾਇੰਟ ਕੀਤਾ ਏਜੀ ਲਈ ਜੀ, ਜੇ ਉਹਨਾਂ ਦੀ ਤੁਸੀਂ ਬੈਕਗ੍ਰਾਉਂਡ ਦੇਖੋ, ਉਹਨਾਂ ਦੇ ਕੋਈ ਪੋਲੀਟੀਕਲ ਬੈਕਗ੍ਰਾਉਂਡ ਨਹੀਂ ਹੈ। ਤੁਸੀਂ ਇਹ ਕਾਫੀ ਮੈਂ ਮਤਲਬ ਸੁਣ ਰਿਹਾ ਸੀਗਾ ਕਾਫੀ ਉਹ ਨਿਊਜ਼ ਚੈਨਲਸ ਦੇ ਵਿੱਚ ਕਿ ਇਸ਼ੂਜ਼ ਆ ਰਹੇ ਨੇ ਕਿ ਉਹ ਭਾਰਤ ਭੂਸ਼ਣ ਆਸ਼ੂ ਦੇ ਵਕੀਲ ਰਹੇ ਨੇ, ਵਿਜੇ ਸਿੰਗਲਾ ਦੇ ਵਕੀਲ ਰਹੇ ਨੇ, ਰਾਮ ਰਹੀਮ ਦੇ ਵਕੀਲ ਰਹੇ ਨੇ। ਤੇ ਇੱਕ ਚੀਜ਼ ਮੈਂ ਬੜੀ ਉਹ ਨੋਟ ਕੀਤੀ, ਮੈਂ ਕਿਹਾ ਇਹ ਇੱਕ ਇਹੋ ਜਿਹੇ ਪਰਸਨ ਹੈ, ਇਹਨਾਂ ਦੇ ਕੋਈ ਇਹ ਨਹੀਂ ਕਿ ਸਪੈਸੀਫਿਕ ਕਿਸੇ ਇੱਕ ਕੋਈ ਪੋਲੀਟੀਕਲ ਪਾਰਟੀ ਜਾਂ ਕਿਸੇ ਇੱਕ ਰਿਲੀਜਨ ਵਾਲੀ ਜਾਂ ਕਿਸੇ ਇੱਕ ਏਰੀਆ ਵਾਲੀ ਕੇਸਿਸ ਵਗੈਰਾ ਕਰ ਰਹੇ ਨੇ। ਉਹ ਇੱਕ ਰਿਨਾਊਂਡ ਐਡਵੋਕੇਟ ਨੇ ਤੇ ਇਸ ਕਰਕੇ ਉਹ ਕੇਸਿਸ ਸਾਰੇ ਜਿਹੜੇ ਕੇਸਿਸ ਸੀਗੇ ਮਤਲਬ ਨਾਮੀ ਗ੍ਰਾਮੀ ਜਿੰਨੇ ਕੇਸਿਸ ਸੀ ਉਹ ਕਰ ਰਹੇ ਸੀ। ਹੁਣ ਸਿੰਸ ਉਹ ਗਵਰਨਮੈਂਟ ਦੇ ਵਕੀਲ ਹੋ ਗਏ ਨੇ ਤਾਂ ਉਹਨਾਂ ਦੇ ਲਈ ਪ੍ਰਾਇੋਰਟੀ ਜਿਹੜੀ ਆ ਉਹ ਗਵਰਨਮੈਂਟ ਦੀ ਹੈ, ਨਾ ਕਿ ਉਹਨਾਂ ਦੀ ਪ੍ਰਾਈਵੇਟ ਪ੍ਰੈਕਟਿਸ ਦੀ। ਤੇ ਜਿਸ ਤਰੀਕੇ ਨਾਲ ਉਹ ਪ੍ਰਾਈਵੇਟ ਲੋਕਾਂ ਨੂੰ ਡਿਫੈਂਡ ਕਰਦੇ ਸੀ ਉਹ ਤੋਂ ਵੱਧ ਵਧੀਆ ਤਰੀਕੇ ਨਾਲ ਉਹ ਸਟੇਟ ਨੂੰ ਡਿਫੈਂਡ ਕਰਨਗੇ ਹਾਈ ਕੋਰਟ ਦੇ ਵਿੱਚ। ਤੇ ਇਹ ਚੀਜ਼ ਬੜੀ ਮੈਟਰ ਕਰਦੀ ਹੈ। ਮਤਲਬ ਜੇ ਤਾਂ ਹੁਣ ਅਸੀਂ ਕਹੀਏ ਕਿ ਉਹਨਾਂ ਦੇ ਆਪਾਂ ਪੁਰਾਣੇ ਪਿਛਲੇ ਦੇਖਦੇ ਆ ਰਹੇ ਹਾਂ, ਬਹੁਤ ਸਾਰੇ ਰਿਨਾਊਂਡ ਜਿੰਨੇ ਲਾਇਰਸ ਨੇ, ਚਾਹੇ ਰਾਮ ਜੇਠਮਲਾਨੀ ਹੋਏ ਨੇ, ਚਾਹੇ ਅਰੁਣ ਜੇਟਲੀ ਹੋਏ ਨੇ, ਤੇ ਉਹ ਕਦੇ ਇਹ ਨਹੀਂ ਹੋਇਆ ਕਿ ਹਾਂਜੀ ਕਿ ਉਹ ਸਿਰਫ ਇੱਕ ਪਾਰਟੀ ਦੇ ਬੀਜੇਪੀ ਦੇ ਨੇ ਤਾਂ ਸਿਰਫ ਉਹ ਕੇਸਿਸ ਬੀਜੇਪੀ ਦੇ ਹੀ ਕਰ ਰਹੇ ਨੇ, ਵੀ ਉਹਨਾਂ ਨੇ ਕਦੇ ਇਹੋ ਜਿਹੇ ਕੇਸਿਸ ਨਹੀਂ ਕੀਤੇ। ਸਾਡਾ ਇੱਕ ਪ੍ਰੋਫੈਸ਼ਨ ਇਹੋ ਜਿਹਾ, ਸਾਡੇ ਲਈ ਜਿਹੜਾ ਸਾਡਾ ਐਡਵੋਕੇਟਸ ਐਕਟ ਹੈ ਉਹ ਸਾਨੂੰ ਮਤਲਬ ਪਰਮਿਸ਼ਨ ਦਿੰਦਾ ਇਹ ਚੀਜ਼ ਲਈ।
ਸਾਡੀ ਡਿਊਟੀ ਹੈ, ਬਕਾਇਦਾ ਉਹਦੇ ਸਾਡੀ ਇਹ ਡਿਊਟੀਆਂ ਨੇ ਕਿ ਜੇ ਕੋਈ ਤੁਹਾਡੇ ਕੋਲ ਆਂਦਾ, ਕੋਈ ਬਰੀਫ ਲੈ ਕੇ ਆਂਦਾ, ਤਾਂ ਸਾਡੀ ਡਿਊਟੀ ਹੈ ਕਿ ਉਹਨੂੰ ਡਿਫੈਂਡ ਕਰਨਾ ਹੈ ਜੀ। ਤੇ ਇਸ ਕਰਕੇ ਇਹ ਕੋਈ ਇਹੋ ਜਿਹਾ ਇਸ਼ੂ ਨਹੀਂ ਹੈ। ਤੇ ਪਾਰਟੀ ਲਈ, ਆਮ ਆਦਮੀ ਪਾਰਟੀ ਲਈ ਬੇਅਦਬੀ ਵਾਲਾ ਇਸ਼ੂ ਬਹੁਤ ਸੀਰੀਅਸ ਇਸ਼ੂ ਹੈ ਤੇ ਉਹਨੂੰ ਜਿਸ ਸੀਰੀਅਸਨੈਸ ਦੇ ਨਾਲ ਹੁਣ ਤੱਕ ਚੱਲਦੀ ਆ ਰਹੀ ਹੈ ਪਾਰਟੀ, ਉਸ ਤੋਂ ਵੱਧ ਵਧੀਆ ਤਰੀਕੇ ਦੇ ਨਾਲ ਹੁਣ ਆਮ ਆਦਮੀ ਪਾਰਟੀ ਇਸ ਚੀਜ਼ ਨੂੰ ਡੀਲ ਕਰੇਗੀ। ਤੇ ਜਿਹੜਾ ਇਨਸਾਫ ਬੇਅਦਬੀ ਦਾ ਦੌਰਾਨ ਹੈ ਉਹਦੇ ਲਈ ਪਾਰਟੀ ਬਹੁਤ ਜ਼ਿਆਦਾ ਸੀਰੀਅਸ ਹੈ। ਜਿਹੜਾ ਕੰਸਰਨ ਹੈ ਇਸ ਸਮੇਂ ਸੁਖਰਾਜ ਸਿੰਘ ਜਾਂ ਫਿਰ ਜੋ ਵੀ ਪੀੜਤ ਨੇ ਇਸ ਪੂਰੇ ਮਾਮਲੇ ਦੇ ਵਿੱਚ ਜਾਂ ਸਿੱਖ ਜਥੇਬੰਦੀਆਂ ਦੇ ਆਗੂ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਉਹ ਸਮਝਣਾ ਤੇ ਜਾਣਨਾ ਚਾਹੁੰਦੇ ਨੇ ਫੈਰੀ ਜੀ ਕਿ ਜੇਕਰ ਇੱਕ ਵਕੀਲ ਬੇਅਦਬੀ ਕੇਸ ਦੇ ਵਿੱਚ ਡੇਰੇ ਦੀ ਪੈਰਵੀ ਕਰ ਰਿਹਾ ਸੀ ਤਾਂ ਹੁਣ ਉਹ ਪੰਜਾਬ ਸਰਕਾਰ ਵਾਲੇ ਪਾਸੇ ਤੋਂ ਪੈਰਵੀ ਕਿਵੇਂ ਕਰੇਗਾ? ਤੁਹਾਨੂੰ ਲੱਗਦਾ ਕਿ ਕੋਈ ਕਲੈਸ਼ ਨਹੀਂ ਹੋਏਗਾ? ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਜਥੇਬੰਦੀਆਂ ਦੇ ਲੋਕ ਵਿਰੋਧ? ਮੈਂ ਉਹਨਾਂ ਨੂੰ ਕਹਿਣਾ ਚਾਹੂੰਗਾ ਵਿਨੋਦ ਕਈ ਜੀ ਬਾਰੇ ਕਿ ਬਹੁਤ ਵੱਡੇ ਪ੍ਰੋਫੈਸ਼ਨਲ ਪਰਸਨ ਨੇ ਉਹ, ਤੇ ਉਹਨਾਂ ਲਈ ਫਰਸਟ ਚੀਜ਼ ਜਿਹੜੀ ਆ ਪ੍ਰੋਫੈਸ਼ਨ ਹੈ, ਹੋਰ ਕੋਈ ਮੈਟਰ ਨਹੀਂ ਕਰਦਾ। ਤੇ ਇਸ ਕਰਕੇ ਬੀਇੰਗ ਪ੍ਰੋਫੈਸ਼ਨਲ ਉਹਨਾਂ ਲਈ ਜਦੋਂ ਉਹ ਸਰਕਾਰ ਦੇ ਵਕੀਲ ਹੋ ਗਏ ਨੇ ਤਾਂ ਉਹਨਾਂ ਲਈ ਫਰਸਟ ਪ੍ਰਾਇੋਰਟੀ ਗਵਰਨਮੈਂਟ ਹੈ ਤੇ ਗਵਰਨਮੈਂਟ ਦੀ ਜਿਹੜੀ ਪ੍ਰਾਇੋਰਟੀ ਆ ਉਹ ਹੈ ਬੇਅਦਬੀ ਮੈਟਰ। ਤਾਂ ਇਸ ਕਰਕੇ ਬਿਲਕੁਲ ਕਿਸੇ ਉਹ ਪੋਲੀਟੀਕਲ ਪਾਰਟੀਆਂ ਦੀ ਗੱਲਾਂ ਦੇ ਵਿੱਚ ਨਾ ਆਣਗੇ, ਓਪੋਜੀਸ਼ਨ ਪਾਰਟੀਆਂ ਦੀ, ਕਿ ਇਹਨਾਂ ਨੇ ਜੀ ਇਸ ਤਰੀਕੇ ਨਾਲ ਕਰ ਦੇਣਾ। ਇਹ ਪੁਰਾਣੇ ਕਨਫਲਿਕਟ ਸੀਗੇ, ਇਹ ਤਾਂ ਆਪਸ ਦੇ ਵਿੱਚ ਚੰਨੀ ਸਿੱਧੂ ਆਪਸ ਦੇ ਵਿੱਚ ਲੜਦੇ ਰਹਿ ਗਏ ਇਹੀ ਚੀਜ਼ ਦੇ ਵਿੱਚ ਜੀ, ਇਹਨੂੰ ਵਕੀਲ ਲਗਾਤਾ, ਸਾਡਾ ਲਗਾਤਾ ਜੀ, ਉਹਨਾਂ ਦਾ ਲਗਾਤਾ। ਇੱਥੇ ਇਹੋ ਜਿਹਾ ਕੋਈ ਇਸ਼ੂ ਨਹੀਂ ਹੈ। ਪਾਰਟੀ ਨੇ ਫਸਟ ਟਾਈਮ ਤੁਸੀਂ ਹਿਸਟਰੀ ਦੇ ਵਿੱਚ ਦੇਖਿਆ ਹੋਏਗਾ ਕਿ ਇੱਕ ਇਹੋ ਜਿਹੇ ਪਰਸਨ ਨੂੰ ਲਗਾਇਆ ਜਿਹਦੀ ਕੋਈ ਪੋਲੀਟੀਕਲ ਬੈਕਗ੍ਰਾਉਂਡ ਹੀ ਨਹੀਂ ਹੈ, ਔਨ ਮੈਰਿਟ ਏਜ ਹੀ ਲਗਾਏ ਗਏ ਨੇ। ਕੋਈ ਉਹਨਾਂ ਨੂੰ ਪੁੱਛੋ ਤੁਹਾਡੀ ਕਿਸੇ ਆਮ ਆਦਮੀ ਪਾਰਟੀ ਨਾਲ ਕੋਈ ਬੈਕਗ੍ਰਾਉਂਡ ਹੈ, ਦੇयर ਵਿਲ ਬੀ ਨਨ। ਕੋਈ ਇਹੋ ਜਿਹੀ ਬੈਕਗ੍ਰਾਉਂਡ ਨਹੀਂ ਹੈਗੀ, ਕੋਈ ਇਹੋ ਜਿਹਾ ਕੁਝ ਲੈਣਾ ਦੇਣਾ ਨਹੀਂ ਹੈ, ਸਿਰਫ ਤੇ ਸਿਰਫ ਮੈਰਿਟ ਦੇ ਆਧਾਰ ਤੇ। ਤੇ ਉਹ ਮੈਰਿਟ ਜਿਹੜੀ ਹੈ ਉਹਨਾਂ ਦੀ ਆਪਣੀ ਡਿਊਟੀ ਆ, ਉਸ ਚੀਜ਼ ਨੂੰ ਉਹ ਪ੍ਰੂਵ ਕਰਨਗੇ। ਚਲੋ ਸ਼ੁਕਰੀਆ ਫੈਰੀ ਜੀ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਫੈਰੀ ਸੋਫਾ ਤੇ ਦਾਅਵਾ ਕਰ ਰਹੇ ਨੇ ਕਿ ਜਿਹੜੇ ਵਿਨੋਦ ਕਈ ਨੇ ਜਿਨ੍ਹਾਂ ਨੂੰ ਏਜੀ ਦੇ ਅਹੁਦੇ ਦੇ ਉੱਤੇ ਹੁਣ ਨਿਯੁਕਤ ਕੀਤਾ ਗਿਆ, ਉਹਨਾਂ ਦੇ ਵੱਲੋਂ ਹੋਰ ਵੀ ਸੁਚੱਜੇ ਢੰਗ ਦੇ ਨਾਲ ਤੇ ਮਜ਼ਬੂਤੀ ਦੇ ਨਾਲ ਪੈਰਵੀ ਖਾਸ ਤੌਰ ਤੇ ਬੇਅਦਬੀ ਦੇ ਕੇਸਿਸ ਜਾਂ ਹੋਰ ਜਿਹੜੇ ਪੰਜਾਬ ਸਰਕਾਰ ਦੇ ਕੇਸਿਸ ਨੇ ਉਸ ਦੇ ਵਿੱਚ ਕੀਤੀ ਜਾਏਗੀ। ਕਾਬਿਲ ਗੌਰ ਇੱਥੇ ਵੀ ਹੈ ਕਿ ਵਿਨੋਦ ਕਈ ਦਾ ਜੋ ਜ਼ਿਕਰ ਫੈਰੀ ਸੋਫਾ ਜੀ ਕਰ ਰਹੇ ਸੀ, ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਉਹਨਾਂ ਦੇ ਕੋਲ ਕੇਸਿਸ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੇ ਹੈਗੇ ਨੇ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਡਾਕਟਰ ਵਿਜੇ ਸਿੰਗਲਾ, ਉਹਨਾਂ ਦਾ ਕੇਸ ਉਹਨਾਂ ਦੇ ਕੋਲ ਹੈ। ਉਸ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਦੇ ਕਾਂਗਰਸ ਨਾਲ ਰਿਲੇਟਡ ਨੇ, ਉਹਨਾਂ ਦਾ ਵਕੀਲ ਹੈ। ਡਾਕਟਰ ਵਿਜੇ ਸਿੰਗਲਾ ਦਾ ਮੈਂ ਜ਼ਿਕਰ ਕਰ ਰਿਹਾ ਸੀ, ਉਹ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ। ਉਸ ਤੋਂ ਬਾਅਦ ਸਿਮਰਜੀਤ ਬੈਂਸ ਦਾ ਕੇਸ ਉਹਨਾਂ ਦੇ ਕੋਲ ਹੈ, ਉਹ ਇੱਕ ਹੋਰ ਵੱਖਰੀ ਪੋਲੀਟੀਕਲ ਫਰੰਟ ਦੇ ਨਾਲ ਜੁੜੇ ਹੋਏ ਨੇ। ਸਿਮਰਜੀਤ ਬੈਂਸ ਤਾਂ ਵੱਖ-ਵੱਖ ਪਾਰਟੀਆਂ ਦੇ ਵਕੀਲ, ਪਾਰਟੀਆਂ ਦੇ ਆਗੂਆਂ ਦੇ ਵਕੀਲ ਤਾਂ ਹੈਗੇ ਨੇ, ਪਰ ਸਿੱਖ ਜਥੇਬੰਦੀਆਂ ਨੂੰ ਇਤਰਾਜ਼ ਇਸ ਗੱਲ ਦੇ ਉੱਤੇ ਹੈ ਕਿ ਜਿਹੜੇ ਵਿਨੋਦ ਕਈ ਨੇ ਉਹ ਡੇਰੇ ਦੇ ਨਾਲ ਜਾਂ ਡੇਰੇ ਦੇ ਕੇਸਾਂ ਦੀ ਪੈਰਵੀ ਅਦਾਲਤ ਦੇ ਵਿੱਚ ਕਰਦੇ ਰਹੇ।